ਜ਼ਿਮੀਂਦਾਰਾਂ ਨੂੰ ਜਿਹੜਾ ਦੁੱਧ ਦੀ ਸਪੋਰਟ ਹੈ ਨਾ ਸਹੀ, ਉਹ ਤੇ ਗਾਈਆਂ ਜ਼ਿਆਦਾ ਮੁਯੱਸਰ ਨੇ, ਲੇਕਿਨ ਗਾਈ ਦੇ ਦੁੱਧ ਨੂੰ ਦੁੱਧ ਹੀ ਪਸੰਦ ਨਹੀਂ ਕਰਦੇ ਜੀ। ਅਜੇ ਸਮਝ ਇਸ ਵਾਸਤੇ ਕਿ ਇਹਦੇ ਵਿੱਚ ਉਹਨਾਂ ਦਾ ਮਾਰਜਨ ਨਹੀਂ ਬਣਦਾ। ਮੱਝਾਂ ਦਾ ਦੁੱਧ ਸੰਘਣਾ ਹੁੰਦਾ, ਉਹਦੇ 'ਚ ਉਹਨਾਂ ਪਾਣੀ ਸ਼ਾਣੀ ਭੱਜ ਜਾਂਦਾ, ਦਿਹਾੜੀ ਲੱਗ ਜਾਂਦੀ ਹੈ ਜੀ। ਉਹ ਤੇ ਪੁੱਜ ਆਉਣ ਦੀ ਗੱਲ ਹੈ। ਹੁਣ ਜਿਹਨੂੰ ਕੁਛ ਸ਼ੌਕ ਹੈ ਤੇ ਕੰਮ ਸ਼ੌਕ ਨਾਲ ਹੀ ਕੀਤਾ ਜਾਂਦਾ, ਇਹ ਮਜਬੂਰੀ ਨਾਲ ਨਹੀਂ ਕੀਤਾ ਜਾਂਦਾ। ਤੇ ਅਸੀਂ ਤਾਂ ਕਹਾਂਗੇ ਅਗਰ ਕੋਈ ਬੰਦਾ ਨਵਾਂ ਇਹਦੇ 'ਚ ਦਾਖਲ ਹੋਣਾ ਚਾਹੁੰਦਾ ਤੇ ਪਹਿਲਾਂ ਤਾਂ ਇਸ ਕੰਮ ਨੂੰ ਸਿੱਖੇ, ਤਾਂ ਕਿ ਉਹਨੂੰ ਪਤਾ ਲੱਗ ਜਾਏ ਕਿ ਇਹਦੇ ਵਿੱਚ ਕਿੰਨਾ ਮਾਰਜਨ ਹੈ, ਨਾਲੇ ਇਹਨੂੰ ਕਿਸ ਤਰੀਕੇ ਨਾਲ ਕਰਨਾ ਹੈ। ਤੇ ਕੰਮ ਸਿੱਖਣ ਬਗੈਰ ਕੋਈ ਨਹੀਂ ਹੁੰਦਾ। अस्सलाम वालेकुम। ਵਾਲੇਕੁਮ ਸਲਾਮ जनाब की हाल चाल ने? ਸ਼ੁਕਰ ਅੱਲਾਹ ਪਾਕ ਦਾ, ਤੁਸੀਂ ਸੁਣਾਓ? जी अल्लाह दा शुक्र। जनाब दा की नाम है? ਆਬਦ ਹੁਸੈਨ। आबद साहब तुसी किन्ने अरसे तो डेयरी फार्मिंग दा कारोबार करदे हो पे? ਇਹ ਤਕਰੀਬਨ 18-20 ਸਾਲ ਹੋ ਗਏ ਜੀ। माशाल्लाह तुहाडा सर 18-20 साल दा तजर्बा कैसा रहा है? ਮਾਸ਼ਾਅੱਲਾ ਬਿਹਤਰੀਨ ਹੈ ਜਨਾਬ। सर तुसी अपने तजर्बे दे मुतलक दसो, तुसी आ काम तो की सिक्खिया है? ਇਹ ਬੜਾ ਕੁਝ ਸਿੱਖਣਾ ਪੈਂਦਾ ਜੇ। ਇਹਦੇ 'ਚ ਅੱਧਾ ਤਾਂ ਬੰਦਾ ਆਪ ਹੀ ਡਾਕਟਰ ਹੋਣਾ ਚਾਹੀਦਾ जी। ਇਸ ਵਾਸਤੇ ਕਿ ਜਾਨਵਰ ਦੇ ਅਗਰ ਮਰਜ਼ ਨੂੰ ਨਹੀਂ ਸਮਝਦਾ ਤੇ ਉਹਦਾ ਇਲਾਜ ਕਿਸ ਤਰ੍ਹਾਂ ਕਰਾਏਗਾ। बिल्कुल। ਅਗਰ ਜਾਨਵਰ ਕੋ ਬਿਮਾਰ ਹੋ ਜਾਂਦਾ ਤੇ ਉਹ ਤੁਸੀਂ ਜਾ ਕੇ ਮੈਡੀਕਲ ਸਟੋਰ ਤੇ ਵੀ ਦੱਸ ਸਕਦੇ ਹੋ ਕਿ ਜਾਨਵਰ ਸਾਡੇ ਨੂੰ ਇਹ ਵੀ ਤੇ ਇਹ ਦਵਾਈ ਦੇ ਦਿਓ। जी जी। ਉਹ ਅਸੀਂ ਇੰਜੈਕਸ਼ਨ ਵੀ ਖੁਦ ਲਾ ਲੈਂਦੇ ਆ, ਦਵਾਈਆਂ ਸ਼ਵਾਈਆਂ ਵੀ ਖੁਦ ਦੇ ਲੈਂਦੇ ਆ। ਤੇ ਬਾਕੀ ਸਾਡੇ ਅੱਛੇ ਦੋਸਤ ਨੇ ਡਾਕਟਰ, ਉਹਨਾਂ ਨਾਲ ਵੀ ਸਲਾਹ ਮਸ਼ਵਰਾ ਕਰ ਲਈਦਾ ਤੇ ਬਾਅਦ ਵੇਲੇ ਜ਼ਰੂਰਤ ਦੇ ਮੁਤਾਬਕ ਫਿਰ ਉਹਨਾਂ ਨੂੰ ਬੁਲਾ ਵੀ ਲਈਦਾ। ਹੋ ਜਨਾ ठीक है, यानी कि ਇਹ ਕੰਮ ਸ਼ੁਰੂ ਕਰਨ ਤੋਂ ਪਹਿਲੇ ਇਨਸਾਨ ਨੂੰ ਜਾਨਵਰਾਂ ਦੇ ਮੁਤਲਕ ਇਲਮ ਹੋਣਾ ਚਾਹੀਦਾ, ਉਹਨਾਂ ਦੀ ਖਾਸ ਕਰ ਬਿਮਾਰੀਆਂ ਦਾ। ਜੀ ਖਾਸ ਕਰ ਇਹ ਵੇ ਕਿ ਕੋਈ ਵੀ ਕੰਮ ਜਿਹੜਾ ਨਾ, ਮੈਂ ਆਪਣੀ ਜ਼ਿੰਦਗੀ 'ਚ ਤਜਰਬਾ ਇਹ ਹੀ ਲਿਆ ਕਿ ਕੋਈ ਵੀ ਕੰਮ ਕਰਨਾ ਤੁਸੀਂ ਤੇ ਉਹਨੂੰ ਪਹਿਲਾਂ ਸਿੱਖਣਾ ਪਏਗਾ। जी जी। ਜਿਸ ਕੰਮ ਤੇ ਤੁਹਾਨੂੰ ਮਹਾਰਤ ਹੈ ਉਹਨੂੰ ਹੀ ਕਰੋ ਤੇ ਉਹਨੂੰ ਹੀ ਵਧਾਓ। ਮੁxtਲਿਫ ਕੰਮ ਕਰਨ ਨਾਲੋਂ ਕੋਈ ਤਾਂ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ, ਲੇਕਿਨ ਜਿਸ ਕੰਮ ਨੂੰ ਤੁਸੀਂ ਜ਼ਿਆਦਾ ਸਮਝਦੇ ਹੋ, ਕੰਮ ਸਿੱਖ ਲਿਆ, ਉਹਨੂੰ ਜ਼ਿਆਦਾ ਕਰੋ जी ਬਿਹਤਰ ਹੋ ਗਿਆ। ਹਾਂਜੀ। ਤੇ ਸਰ ਇਹ ਜਿਹੜਾ ਡੇਅਰੀ ਫਾਰਮਿੰਗ ਦਾ ਕਾਰੋਬਾਰ ਹੈ, ਇਸ ਕਾਰੋਬਾਰ ਦੇ ਵਿੱਚ ਜ਼ਿਆਦਾਤਰ ਕਿਹੜੇ ਮਸਾਇਲ ਹੁੰਦੇ ਨੇ? ਮਸਾਇਲ ਜੀ ਇਹਦੇ 'ਚ ਇੱਕ ਤਾਂ ਜਗ੍ਹਾ ਦਾ ਬੜਾ ਮਸਲਾ ਬਣ ਜਾਂਦਾ ਤੇ ਜਗ੍ਹਾ ਹੋਣ ਤੋਂ ਇਲਾਵਾ ਅੱਗੋਂ ਦੁੱਧ ਦੀ ਸੇਲ ਵਾਸਤੇ ਜ਼ਿਮੀਂਦਾਰਾਂ ਨੂੰ ਜਿਹੜਾ ਦੁੱਧ ਦੀ ਸਪੋਰਟ ਹੈ ਨਾ ਸਹੀ, ਉਹ ਤੇ ਗਾਈਆਂ ਜ਼ਿਆਦਾ ਮੁਯੱਸਰ ਨੇ, ਲੇਕਿਨ ਗਾਈ ਦੇ ਦੁੱਧ ਨੂੰ ਦੁੱਧ ਹੀ ਪਸੰਦ ਨਹੀਂ ਕਰਦੇ ਜੀ। ਅਜੇ ਸਮਝ ਇਸ ਵਾਸਤੇ ਕਿ ਇਹਦੇ ਵਿੱਚ ਉਹਨਾਂ ਦਾ ਮਾਰਜਨ ਨਹੀਂ ਬਣਦਾ। ਮੱਝਾਂ ਦਾ ਦੁੱਧ ਸੰਘਣਾ ਹੁੰਦਾ, ਉਹਦੇ 'ਚ ਉਹਨਾਂ ਪਾਣੀ ਸ਼ਾਣੀ ਭੱਜ ਜਾਂਦਾ, ਦਿਹਾੜੀ ਲੱਗ ਜਾਂਦੀ ਹੈ। ਬਿਲਕੁਲ। ਤੇ ਗਾਈਆਂ ਨੂੰ ਉਹ ਨਹੀਂ ਪਸੰਦ ਕਰਦੇ, ਫਿਰ ਗਾਈ ਮਜਬੂਰ ਹੋ ਕੇ ਜ਼ਿਮੀਂਦਾਰ ਹੀ ਨਹੀਂ ਰੱਖਦਾ। ਜਦੋਂ ਗਾਈ ਦੁੱਧ ਹੀ ਨਹੀਂ ਲੈਣਾ ਤੇ ਗਾਈਆਂ ਨੂੰ ਕੀ ਕਰਨਗੇ। ਜੀ ਜੀ। ਅੱਛਾ, ਫਿਰ ਇਹਦਾ ਯਾਨੀ ਕਿ ਤੁਸੀਂ ਹੱਲ ਕੱਢਿਆ, ਤੁਸੀਂ ਗਾਵਾਂ ਵੀ ਰੱਖੀਆਂ ਨੇ ਤੇ ਮੱਝਾਂ ਵੀ ਰੱਖੀਆਂ ਨੇ? ਹਾਂਜੀ ਹਾਂਜੀ। ਯਾਨੀ ਕਿ ਅਗਰ ਸਿਰਫ ਅਕੇਲੀਆਂ ਗਾਵਾਂ ਹੁੰਦੀਆਂ ਫਿਰ ਕੰਮ ਨਹੀਂ ਚੱਲ ਸਕਦਾ? ਜੀ ਹਾਂ। ਠੀਕ ਹੈ। ਮਾਸ਼ਾਅੱਲਾ ਇਸ ਟਾਈਮ ਸਰ ਤੁਹਾਡੇ ਫਾਰਮ ਤੇ ਕਿੰਨੇ ਜਾਨਵਰ ਨੇ? ਜਾਨਵਰ ਹਨ ਜਗ੍ਹਾ ਤਾਦਾਦ ਨਹੀਂ। ਠੀਕ ਹੈ, ਯਾਨੀ ਵੈਸੇ ਗਾਵਾਂ ਤੇ ਮੱਝਾਂ ਦੋਨੋਂ ਨੇ? ਹਾਂਜੀ ਹਾਂਜੀ। ਠੀਕ ਹੈ, ਮਾਸ਼ਾਅੱਲਾ ਤੁਹਾਡੇ ਜਾਨਵਰ ਸਰ ਖੂਬਸੂਰਤ ਨੇ। ਜਿਹੜੀ ਗਾਵਾਂ ਦੀ ਨਸਲ ਹੈ ਕਿਹੜੀ ਨਸਲ ਹੈ? ਇਹ ਮੇਨ ਤੇ ਫਰੀਜ਼ੀਅਨ ਜੇ। ਪਿਓਰ ਕੀ ਕ੍ਰਾਸ? ਇਹ ਕੁਝ ਅਸਲ 'ਚ ਇਬਤਦਾ 'ਚ ਤੇ ਕਰਾਸੀ ਟੁਰੀ ਹੈ, ਲੇਕਿਨ ਫਿਰ ਪਿਓਰ ਹੁੰਦੀ ਗਈ ਹੈ। ਅੱਛਾ, ਯਾਨੀ ਸਟੈਪ ਬਾय ਸਟੈਪ ਹੁਣ ਬਿਲਕੁਲ ਪਿਓਰ ਹੋ ਗਈ ਹੈ? ਪਿਓਰ ਹੋ ਗਈ ਹੈ। ਵਿੱਚ ਕੁਝ ਇੱਕ ਅੱਧਾ ਜਾਨਵਰ ਜਿਹੜਾ ਉਹ ਜਰਸੀ ਟਾਈਪ ਵਿੱਚ, ਜੀ। ਬਾਕੀ ਫਰੀਜ਼ੀਅਨ ਨੇ। ਠੀਕ ਹੈ ਸਰ, ਇਹ ਜਿਹੜੀ ਫਰੀਜ਼ੀਅਨ ਗਾਏ ਵੇ ਇਹਦੀ ਕੋਈ ਪਹਿਚਾਣ ਜਾਂ ਖੂਬੀ ਦੱਸ ਸਕਦੇ ਹੋ? ਹਾਂ, ਇਹਦਾ ਆਪਣਾ ਕੰਨ ਜਿਹੜੇ ਨੇ ਬੜੇ ਛੋਟੇ ਹੋਣਗੇ ਜੀ, ਤੇ ਜਸਾਮਤ ਕੱਦ ਦੀ ਜਿਹੜੀ ਭਾਰਾ ਵਜੂਦ ਰੱਖੇਗੀ। ਕਲਰ ਡੱਬੇ ਵੀ ਆਉਣਗੇ ਤੇ ਕੋਈ ਮੇਨ ਕਲਰ ਇੱਕ ਹੁੰਦਾ, ਵਰਨਾ ਨਹੀਂ ਤੇ ਸਫੈਦ ਔਰ ਕਾਲਾ, ਤੇ ਥਣ ਬੜੇ ਖੂਬਸੂਰਤ ਹੁੰਦੇ ਨੇ। ਤੇ ਦੁੱਧ ਜ਼ਿਆਦਾ ਤੋਂ ਜ਼ਿਆਦਾ ਇਹ ਗਾਏ ਕਿੰਨਾ ਦਿੰਦੀ ਹੈ? ਦੁੱਧ ਜਿੰਨੀ ਮਿਹਨਤ ਕੋ ਕਰੇ, 20 ਕਿਲੋ ਲੈ ਸਕਦੇ ਹੋ, 25 ਕਿਲੋ ਲੈ ਸਕਦੇ ਹੋ। ਅਸੀਂ ਤਾਂ ਵੈਸੇ 25 ਤੋਂ 27-28 ਤੱਕ ਕਿਲੋ ਤੱਕ ਗਏ ਹਾਂ ਬਸ। ਯਾਨੀ ਮੈਕਸਿਮਮ ਤੁਸੀਂ 28 ਕਿਲੋ ਤੱਕ ਗਏ। ਤੁਸੀਂ ਕਿਹਾ ਕਿ ਜਿੰਨੀ ਬੰਦਾ ਇਹਨਾਂ ਤੇ ਮਿਹਨਤ ਕਰੇ, ਇਹਨਾਂ ਤੇ ਕਿਸ ਕਿਸਮ ਦੀ ਮਿਹਨਤ ਕੀਤੀ ਜਾਏ ਤਾਂ ਫਿਰ ਦੁੱਧ ਜ਼ਿਆਦਾ ਮਿਲਦਾ? ਇਹਨਾਂ ਨੂੰ ਕੀ ਬੰਦਾ ਸੇਵਾ ਕਰੇ, ਕੀ ਖਿਲਾਏ ਪਿਲਾਏ? ਦੇਖੋ ਜੀ, ਇਹਨਾਂ ਦੇ ਚਾਰੇ ਦਾ ਅੱਛਾ ਖਿਆਲ ਕੀਤਾ ਜਾਏ, ਇਹਨਾਂ ਦੀ ਜਗ੍ਹਾ ਮੌਸਮ ਦਾ ਮੁਯੱਸਰ ਦਿੱਤਾ ਜਾਏ ਸਹੀ ਕੰਮ, ਤੇ ਬਾਕੀ ਵੰਡਾ ਛੰਡਾ ਤੇ ਇਹ ਜ਼ਿਆਦਾ ਤੇ ਇਹਨਾਂ ਨੂੰ ਚਾਰਾ ਸਬਜ਼ ਚਾਹੀਦਾ। ਅੱਛਾ, ਕੂਲਾ ਚਾਹੀਦਾ।
ਜੀ। ਤੇ ਬਾਕੀ ਇਹ ਜਾਨਵਰ ਸਾਡੇ ਇਲਾਕੇ 'ਚ ਨਾ ਆਬਾਦੀ ਜ਼ਿਆਦਾ ਮੰਨਦੇ ਨੇ ਤੇ ਇਹਨਾਂ ਨਾਲ ਮਸਾਲਿਆਂ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਤਾਂ ਕਿ ਇਹਨਾਂ ਦੇ ਆਬਾਦੀ ਕਵਰ ਰਵੇ। ਸਰ ਮਾਸ਼ਾਅੱਲਾ ਤੁਸੀਂ ਸਮਝਦਾਰ ਹੋ ਤੇ ਬੜੀਆਂ ਕੀਮਤੀ ਗੱਲਾਂ ਦੱਸਦੇ ਹੋ ਪਏ। ਤੁਹਾਡੇ ਕੋਲੋਂ ਮੇਨ ਪੁੱਛਾਂ ਦਾ ਕਿ ਜਾਨਵਰਾਂ ਵਾਸਤੇ ਵੰਡਾ ਕਿਹੜਾ ਬਿਹਤਰ ਹੈ ਤੇ ਜਿਹੜਾ ਤੁਸੀਂ ਮਸਾਲਾ ਵੀ ਦੱਸਿਆ ਹੈ, ਮਸਾਲਾ ਖੁਦ ਤਿਆਰ ਕਰਨਾ ਚਾਹੀਦਾ ਹੈ ਜਾਂ ਕਿ ਬਾਜ਼ਾਰੋਂ ਲਿਆਉਣਾ ਚਾਹੀਦਾ ਹੈ? ਵੰਡੇ ਤੇ ਮਸਾਲੇ ਦੋਨੋਂ ਦੇ ਬਾਰੇ 'ਚ ਦੱਸੋ। ਦੇਖੋ ਜੀ, ਵੰਡੇ ਦਾ ਤੇ ਇਹ ਵੀ ਕਿ ਅਸੀਂ ਜਿਹੜੀਆਂ ਚੀਜ਼ਾਂ ਖੁਦ ਲਿਆ ਕੇ ਵੰਡਾ ਬਣਾਉਂਦੇ ਆ ਨਾ, ਉਹ ਤੇ ਅਸੀਂ ਅੱਛੀ ਚੀਜ਼ ਲੈਨੇ ਆ ਜੀ। ਅਸੀਂ ਤਾਂ ਨਾਕਸ ਚੀਜ਼ ਕਦੇ ਲਈ ਨਹੀਂ, ਲੇਕਿਨ ਜਦੋਂ ਅਸੀਂ ਵੰਡਾ ਬਣਿਆ ਲੈਣ ਜਾਵਾਂਗੇ ਤੇ ਉਹ ਤੇ ਉਹਨਾਂ ਨੂੰ ਪਤਾ ਕਿ ਉਹਨਾਂ ਕੀ ਕਰਨਾ ਵਿੱਚ, ਉਹਨਾਂ ਤੇ ਅੱਛਾ ਸੌਦਾ ਨਹੀਂ ਵੀ ਖਰੀਦਣਾ ਤੇ ਅਸੀਂ ਕੋਸ਼ਿਸ਼ ਤੇ ਇਹ ਕਰਨੇ ਕਿ ਅਸੀਂ ਆਪ ਵੰਡਾ ਤਿਆਰ ਕਰੀਏ ਜੀ ਤਾਂ ਕਿ ਅੱਛਾ ਮਟੀਰੀਅਲ ਪਾਈਏ। ਕਣਕ ਹੋ ਗਈ, ਮਕਈ ਹੋ ਗਈ ਜਾਂ ਕੋਈ ਖਲਾਂ ਹੋ ਗਈਆਂ, ਉਹ ਸਾਰਾ ਅੱਛਾ ਹੀ ਮਟੀਰੀਅਲ ਪਾਉਂਦੇ ਆ। ਅੱਛਾ, ਇਹ ਨਹੀਂ ਵੰਡਾ ਤੁਸੀਂ ਖੁਦ ਤਿਆਰ ਕਰਦੇ ਹੋ? ਉਹ ਤਿਆਰ ਕਰਨੇ ਆ। ਠੀਕ। ਤੇ ਸਰ ਇੱਕ ਜਾਨਵਰ ਨੂੰ ਰੋਜ਼ਾਨਾ ਦਾ ਕਿੰਨਾ ਵੰਡਾ ਚਾਹੀਦਾ ਹੁੰਦਾ ਹੈ? ਇਹ ਦੁੱਧ ਮੁਤਾਬਕ ਚਾਹੀਦਾ ਵੰਡਾ। ਜੇ ਤੇ ਇੱਕ ਜਾਨਵਰ ਕੋ ਦੁੱਧ ਦੇ ਨਾ ਆਪਣਾ 10 ਕਿਲੋ ਤੇ ਗਾਈ ਦੇ ਵਾਸਤੇ ਉਹਦੇ ਵਾਸਤੇ 4 ਕਿਲੋ ਵੰਡਾ, 10 ਕਿਲੋ ਵਾਸਤੇ। ਅੱਛਾ, ਅਗਰ ਗਾਏ 10 ਕਿਲੋ ਦੁੱਧ ਦਿੰਦੀ ਤਾਂ ਵੰਡਾ 4 ਕਿਲੋ? ਵੰਡਾ 4 ਕਿਲੋ। ਤੇ ਅਗਰ ਮੱਝ 10 ਕਿਲੋ ਦਿੰਦੀ ਤਾਂ ਉਹਨੂੰ ਕਿੰਨਾ ਵੰਡਾ ਚਾਹੀਦਾ? ਉਹਦਾ ਵੰਡਾ ਘੱਟ ਹੁੰਦਾ ਇਹਦੇ ਨਾਲ। ਉਹ ਸਰ ਕਿੰਨਾ ਹੁੰਦਾ ਹੈ? ਨਹੀਂ, ਉਹ ਵੀ ਇਸ ਤੋਂ ਇੰਨਾ ਹੀ ਹੋਣਾ, ਉਹ ਜ਼ਿਆਦਾ ਪੈਣਾ। ਅੱਛਾ, ਉਹ ਵੀ ਤਕਰੀਬਨ ਇੰਨਾ? ਹਾਂਜੀ ਠੀਕ। 5 ਕਿਲੋ ਕਰਨਾ ਪਏਗਾ। ਇਹ 3 ਕਿਲੋ ਤੇ ਕਿਲੋ ਚੱਲਦਾ ਤੇ ਉਹ 2.5 ਕਿਲੋ ਤੇ ਚੱਲ ਜਾਂਦਾ। ਗਾਂ ਦਾ ਦੁੱਧ ਜਿਹੜਾ ਇਹ 3 ਕਿਲੋ ਹੋਵੇ ਤੇ ਵੰਡਾ 1 ਕਿਲੋ ਤੇ ਮੱਝ ਦਾ 2.5 ਕਿਲੋ ਹੋਵੇ ਤੇ ਵੰਡਾ 1 ਕਿਲੋ। ਜੀ, ਬਿਹਤਰ ਹੋ ਗਿਆ। ਤੇ ਸਰ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੂੰ ਬਾਈਬਾਦੀ ਦਾ ਜਿਹੜਾ ਨਾ ਮਸਲਾ ਹੀ ਆਂਦਾ, ਉਹਦੇ ਵਾਸਤੇ ਮਸਾਲਾ ਦੇਣਾ ਚਾਹੀਦਾ ਹੈ। ਉਹ ਜਿਹੜਾ ਮਸਾਲਾ ਤਿਆਰ ਕਰਨਾ ਹੈ, ਕਿਹੜੀ ਕਿਹੜੀ ਚੀਜ਼ ਇਸਤੇਮਾਲ ਕਰਨੀ ਹੈ ਤੇ ਮਸਾਲਾ ਕਿੰਨੇ ਦਿਨਾਂ ਬਾਅਦ ਦੇਣਾ ਹੈ? ਇਹਦੇ 'ਚ ਇੱਕ ਤੇ ਇਹ ਵੇ ਕਿ ਤੁਹਾਨੂੰ ਮੌਸਮੀ ਟੀਕੇ ਛੀਕੇ ਜਿਹੜੇ ਨੇ ਉਹ ਬੜੇ ਜ਼ਰੂਰੀ ਨੇ। ਜਿਹੜੀ ਡਿਵਰਮਿੰਗ ਇਹਨਾਂ ਨੇ ਜਰਾਸੀਮਾਂ ਦੀ, ਉਹ ਵੀ ਬੜੀ ਜ਼ਰੂਰੀ ਹੈ ਆਪਣੇ ਮੌਸਮ ਨਾਲ। ਅੱਛਾ। ਤੇ ਇਸ ਤੋਂ ਇਲਾਵਾ ਜਿਹੜਾ ਵੰਡਾ ਤੁਸੀਂ ਆਪਣਾ ਮਸਾਲਾ ਬਣਾਉਣਾ, ਉਹਦੇ 'ਚ ਕਾਲੀ ਮਿਰਚ, ਸੁਰਖ ਮਿਰਚ, ਜਵੈਣ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ, ਨਿੰਮਕ ਵਾਲਾ, ਤੇ ਇਹ 5-7 ਚੀਜ਼ਾਂ ਮਿਲਾ ਕੇ ਤੇ ਉਹ ਫਿਰ ਬਣਾ ਲਈਦਾ ਮਸਾਲਾ ਜੀ। ਤੇ ਜਾਨਵਰ ਨੂੰ ਹਸਬੇ ਜ਼ਰੂਰਤ ਦੂਜੇ ਤੀਜੇ ਦਿਨ ਵੀ ਕੋਈ ਬੁੱਠ ਦਿੰਦਾ ਜਾਏ ਨਾ ਬੰਦਾ, ਤੇ ਉਹ ਵੀ ਕਾਮਯਾਬ ਰਹਿੰਦਾ। ਅੱਛਾ ਸਰ, ਤੁਸੀਂ ਇਸ ਤੋਂ ਇਲਾਵਾ ਕਿਹਾ ਕਿ ਇਹਨਾਂ ਨੂੰ ਡਿਵਰਮਿੰਗ, ਮੌਸਮੀ ਡਿਵਰਮਿੰਗ ਲਾਜ਼ਮੀ ਹੈ। ਹਾਂਜੀ ਹਾਂਜੀ। ਸਰਦੀਆਂ ਵਿੱਚ ਇਹਨਾਂ ਦੀ ਕਿਹੜੀ ਡਿਵਰਮਿੰਗ ਹੈ ਤੇ ਗਰਮੀਆਂ 'ਚ ਕਿਹੜੀ ਹੈ? ਤੁਹਾਨੂੰ ਕੋਈ ਨਾਮ ਯਾਦ ਨੇ ਜਾਂ ਕਿ ਤੁਸੀਂ ਡਾਕਟਰ ਸਾਹਿਬਾਨ ਨਾਲ ਮਸ਼ਵਰਾ ਕਰਕੇ ਇਸਤੇਮਾਲ ਕਰਦੇ ਹੋ? ਉਹ ਡਾਕਟਰ ਸਾਹਿਬ ਨਾਲ ਹੀ ਕਰੀਦਾ ਤੇ ਮੈਡੀਕਲ ਸਟੋਰ ਤੋਂ ਜਾ ਕੇ ਨਾ ਉਹਦੇ ਮੁਤਾਬਕ ਲੈ ਆਈਦੀ ਹੈ। ਤੇ ਉਹ ਤੇ ਜ਼ਿਆਦਾ ਇਹਨਾਂ ਨੇਲਜ਼ਨ ਹੋ ਗਈ, ਨੇਲਜ਼ਨ ਪਲੱਸ ਹੋ ਗਈ, ਤੇ ਇਹਦੇ 'ਚ ਕੁਝ ਬਦਲਦਿਆਂ ਰਹੀਦਾ, ਕੰਪਨੀਆਂ ਦਾ ਸਿਲਸਿਲਾ ਹੁੰਦਾ। ਠੀਕ। ਇਸ ਤੋਂ ਇਲਾਵਾ ਸਰ ਤੁਹਾਡੇ ਜਿਹੜੇ ਛੋਟੇ ਜਾਨ ਨੇ ਮਾਸ਼ਾਅੱਲਾ ਉਹ ਵੀ ਸਿਹਤਮੰਦ ਨੇ, ਇਹਦਾ ਕੀ ਰਾਜ਼ ਹੈ? ਜਿਹੜੇ ਛੋਟੇ ਜਾਨ ਨੇ ਉਹਨਾਂ ਦੀ ਕਿੰਜ ਜਿਹੜਾ ਨਾ ਅੱਛੀ ਗਰੋਥ ਕੀਤੀ ਜਾ ਸਕਦੀ ਹੈ? ਦੇਖੋ ਜੀ, ਇਹ ਬੱਚੇ ਜਿਹੜੇ ਨੇ ਇਹ ਤੇ ਦੁੱਧ ਨਾਲ ਹੀ ਪਾਲੇ ਜਾਂਦੇ ਨੇ। ਬੱਚਿਆਂ ਨੂੰ ਤੇ ਦੁੱਧ ਚਾਹੀਦਾ ਗਰੋਥ ਵਾਸਤੇ, ਇਸ ਵਾਸਤੇ ਕਿ ਹੱਡੀ ਦੁੱਧ ਨਾਲ ਹੀ ਵੱਧਦੀ ਹੈ ਜੀ। ਇਸ ਤੋਂ ਹਟ ਕੇ ਇਹਨਾਂ ਦਾ ਜਿਹੜਾ ਸਿਲਸਿਲਾ ਨਾ ਛੋਟਿਆਂ ਬੱਚਿਆਂ ਦਾ, ਇਹਨਾਂ ਨੂੰ ਅਕਸਰ ਨਾ ਇਹ ਮਰਜ਼ ਹੋ ਜਾਂਦੀ ਹੈ, ਦਸਤ ਲੱਗ ਜਾਂਦੇ ਜਿਹਨੂੰ। ਅੱਛਾ। ਪਤਲਾ ਵਾਣ ਲੱਗ ਪੈਂਦੇ ਨੇ। ਉਹ ਚੀਜ਼ਾਂ ਬੜੀਆਂ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ। ਉਹਦੇ ਮੁਤਾਬਕ ਦਵਾਈਆਂ ਸ਼ਵਾਈਆਂ ਦਿੰਦੇ ਰਹੋ। ਵੱਡਿਆਂ ਜਾਨਵਰਾਂ ਦੀ ਨਿਸਬਤ ਛੋਟੇ ਜਾਨ ਜਿਹੜੇ ਨੇ ਉਹ ਬਹੁਤਾ ਅਹਿਸਾਸ ਹੁੰਦੇ ਨੇ ਔਰ ਉਹਨਾਂ ਦਾ ਬਹੁਤਾ ਧਿਆਨ ਰੱਖਣਾ ਪੈਂਦਾ। ਠੀਕ ਹੈ। ਬਾਕੀ ਨਾਲ ਦੁੱਧ ਸ਼ੁੱਧ ਪਿਲਾਉਂਦੇ ਜਾਓ, ਨਾਲ ਉਹਨਾਂ ਨੂੰ ਵੀ ਵੰਡਾ ਛੰਡਾ ਪਾਓ, ਆਪੇ ਠੀਕ ਹੋ ਜਾਂਦੇ ਨੇ। ਅੱਛਾ, ਜਿਹੜੇ ਛੋਟੇ ਜਾਨ ਨੇ ਉਹਨਾਂ ਨੂੰ ਕਿੰਨੇ ਮਹੀਨੇ ਦੇ ਹੋਣ ਤੇ ਵੰਡਾ ਸ਼ੁਰੂ ਕਰ ਦੇਣਾ ਚਾਹੀਦਾ? ਤੁਸੀਂ 1.5 ਮਹੀਨੇ ਤੋਂ ਬਾਅਦ ਵੰਡਾ ਸ਼ੁਰੂ ਕਰ ਦਿਓ, ਨਾਲ ਦੁੱਧ ਵੀ ਹੋਵੇ ਤੇ ਵੰਡਾ ਵੀ। ਠੀਕ ਹੈ। ਤੇ ਸਰ ਤੁਸੀਂ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਹੈ? ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਅਸੀਂ ਤੇ ਆਮ ਰੂਟੀਨ 'ਚ ਜਿਹੜੇ ਪੱਠੇ ਨੇ ਮੌਸਮ ਦੇ ਉਹ ਹੀ ਪਾਉਂਦੇ ਆ ਤੇ ਬਾਕੀ ਵੰਡਾ ਛੰਡਾ ਯਾਨੀ ਜਿਹੜਾ ਉਹ ਤਿਆਰ ਕੀਤਾ ਹੈ। ਤੇ ਤੁਸੀਂ ਇਹ ਜਿਹੜੀ ਖੁਰਾਕ ਇਹਨਾਂ ਨੂੰ ਦੇ ਰਹੇ ਹੋ, ਤੁਸੀਂ ਇਹ ਸਮਝਦੇ ਹੋ ਖੁਰਾਕ ਬਿਹਤਰ ਹੈ ਜਾਂ ਕਿਹਦੇ 'ਚ ਕੋਈ ਤਬਦੀਲੀ ਹੋਣੀ ਚਾਹੀਦੀ ਹੈ? ਮਤਵਾਜ਼ਨ ਗ਼ਜ਼ਾ ਕਿਹੜੀ ਹੁੰਦੀ ਹੈ? ਦੇਖੋ ਜੀ, ਮਤਵਾਜ਼ਨ ਗ਼ਜ਼ਾਵਾਂ ਤੇ ਜਿਹੜਾ ਜਾਨਵਰ ਕਮਜ਼ੋਰ ਹੋ ਜੇ ਨਾ, ਉਹਨੂੰ ਕੋਈ ਥੋੜਾ ਜਿਹਾ ਵੰਡਾ ਵਧਾ ਲਓ ਤਾਂ ਕਿ ਉਹ ਦੁੱਧ ਵੀ ਤੁਹਾਡਾ ਪੂਰਾ ਕਰਦਾ ਜਾਏ ਤੇ ਨਾਲ ਆਪਣਾ ਜਿਸਮ ਵੀ ਪੂਰਾ ਕਰਦਾ ਜਾਏ। ਤੇ ਜਿਹੜੀ ਮੱਝ ਸੂਣ ਵਾਲੀ ਹੁੰਦੀ ਹੈ, ਹਾਂਜੀ, ਤੇ ਇੱਕ ਮੱਝ ਜਿਹੜੀ ਫੰਡਰ ਹੈ, ਇਹਨਾਂ ਦੀ ਖੁਰਾਕ ਵਿੱਚ ਫਰਕ ਹੈ ਜਾਂ ਕਿ ਖੁਰਾਕ ਸੇਮ ਹੀ ਰੱਖਦੇ ਹੋ? ਦੇਖੋ, ਅਸੀਂ ਜਾਨਵਰ ਜਿਹੜਾ ਸੂਣ ਵਾਲਾ ਨਾ, ਉਹਦਾ ਕਮ ਸੇ ਕਮ 1.5 ਮਹੀਨਾ ਪਹਿਲਾਂ
ਉਹਨੂੰ ਨਾਲ ਵੰਡਾ ਸ਼ੁਰੂ ਕਰ ਲਈਦਾ। ਯਾਨੀ ਸੂਣ ਤੋਂ 1.5 ਮਹੀਨਾ ਪਹਿਲਾਂ ਦੂਸਰੇ ਜਾਨਵਰਾਂ ਦੇ ਮੁਤਾਬਕ ਉਹਨਾਂ ਨੂੰ ਵੰਡਾ ਪਾਈ ਜਾਈਦਾ। ਜਿਨ੍ਹਾਂ ਨੂੰ ਝੋਨੇ ਆ ਨਾ ਅਸੀਂ ਉਹਨਾਂ ਨੂੰ ਵੀ ਤੇ ਸੂਣ ਵਾਲਿਆਂ ਨੂੰ ਵੀ। ਅੱਛਾ, ਹਾਂਜੀ। ਤੇ ਇਸ ਤੋਂ ਇਲਾਵਾ ਹੋਰ ਕੋਈ ਚੀਜ਼? ਵੰਡਾ ਹਾਂ ਕਦੇ ਬੰਦ ਹੀ ਨਹੀਂ ਕੀਤਾ ਜੀ। ਕਈ ਲੋਕ ਹੁੰਦੇ ਨੇ ਉਹ ਜਾਨਵਰ ਸੂ ਪਿਆ ਜੀ ਤੇ ਹੁਣ ਇਹਨੂੰ ਵੰਡਾ ਬੰਦ ਕਰ ਦਿਓ, ਉਹ ਰਾਤ ਸੁੱਟੇਗਾ ਤੇ ਫੇਰ ਸ਼ੁਰੂ ਕਰਾਂਗੇ। ਆਹ ਕਦੇ ਬੰਦ ਨਹੀਂ ਕੀਤਾ। ਠੀਕ। ਇਸ ਤੋਂ ਇਲਾਵਾ ਕੋਈ ਘਿਓ ਜਾਂ ਤੇਲ ਵਗੈਰਾ ਵੀ ਦਿੰਦੇ ਹੋ? ਹਾਂ, ਜ਼ਰੂਰਤ ਨਾਲ ਘਿਓ ਵੀ ਚਾਹੀਦਾ ਤੇ ਤੇਲ ਵੀ ਚਾਹੀਦਾ। ਇਹਦਾ ਸਰ ਤਰੀਕਾ ਇਸਤੇਮਾਲ ਕੀ ਹੁੰਦਾ ਹੈ? ਤਰੀਕਾ ਇਸਤੇਮਾਲ ਅਗਰ ਗਰਮੀ ਦੇ ਵਿੱਚ ਤੁਸੀਂ ਤੇਲ ਦਿੰਦੇ ਹੋ ਸਰੋਂ ਦਾ, ਜੀ, ਤੇ ਉਹ ਤੁਸੀਂ ਆਮ ਹਾਲਤ 'ਚ ਦੇ ਸਕਦੇ ਹੋ ਕੱਚਾ ਤੇਲ ਵੀ। ਤੇ ਅਗਰ ਉਸੇ ਨੂੰ ਤੁਸੀਂ ਸਰਦੀ 'ਚ ਦੇਣਾ ਤੇ ਫਿਰ ਇਹਨੂੰ ਉਬਾਲਾ ਦਵਾ ਲਓ, ਯਾਨੀ ਇਹਨੂੰ ਸਾੜ ਲਓ। ਕੁਝ ਹਜ਼ਰਾਤ ਕਹਿੰਦੇ ਨੇ ਕਿ ਸਰਦੀ ਵਿੱਚ ਦੇਸੀ ਘਿਓ ਦੇਣਾ ਚਾਹੀਦਾ ਹੈ। ਇਹ ਜਿਹੜਾ ਮੈਂ ਕੁਲੀਆ ਦੱਸਣਾ ਪਿਆ ਇਹ ਦੇਸੀ ਘਿਓ ਹੀ ਬਣ ਜਾਂਦਾ। ਜ਼ਬਰਦਸਤ ਹੋ ਗਿਆ। ਹਾਂਜੀ। ਤੇ ਸਰ ਜਿਹੜੇ ਜਾਨਵਰ ਆਟਾ ਨਹੀਂ ਸੁੱਟਦੇ ਉਹਨਾਂ ਦਾ ਵੀ ਕੋਈ ਦੇਸੀ ਇਲਾਜ ਹੈ ਅਜੇ? ਦੇਖੋ ਜੀ, ਇਹ ਅਸਲ 'ਚ ਵੀ ਕੁਝ ਕਮੀ ਹੁੰਦੀ ਹੈ ਜਿਹੜੇ ਜਾਨਵਰ ਨੂੰ ਆਟਾ ਛੱਟਾ ਨਹੀਂ ਸੁੱਟਦੇ, ਪਰ ਹਲੋ ਜ਼ਰੂਰਤ ਦੇ ਮੁਤਾਬਕ ਫਿਰ ਕੋਈ ਨਾ ਕੋਈ ਕਰਨਾ ਹੀ ਪੈਂਦਾ। ਜੀ। ਤੇ ਉਹ ਖੀਰਾਂ ਸ਼ੀਰਾਂ ਦੇ ਲਓ, ਅਲਸੀ ਦਾ ਆਪਣਾ ਖੀਰ ਬਣਾ ਕੇ ਦੇ ਲਵੋ, ਜਾਂ ਤੁਸੀਂ ਦੁੱਧ ਉਬਾਲ ਕੇ ਤੇ ਵਿੱਚ ਪਾ ਲੈਂਦੇ ਹੋ ਕੀ ਇਹਨੂੰ ਆਂਦੇ ਹੋ, ਥੋਮ ਤੇ ਨਹੀਂ? ਨਹੀਂ ਥੋਮ ਨਹੀਂ ਹੈ, ਚੀਨੀ ਵਾਲੀ ਕੀ ਇਹਨੂੰ ਆਂਦੇ ਹੋ, ਜ਼ੀਰਾ ਤੇ ਰਾਬ ਉਹ ਜਿਹੜੀ ਹੈ ਗੁਲਕੰਦ। ਅੱਛਾ, ਗੁਲਕੰਦ। ਹਾਂਜੀ, ਗੁਲਕੰਦ। ਠੀਕ ਹੈ। ਅੱਛਾ, ਜਿਹੜਾ ਜਾਨਵਰ ਦੁੱਧੂ ਨਹੀਂ ਟੁਰਦਾ ਹਾਂਜੀ, ਉਹਦਾ ਕੋਈ ਹੱਲ ਹੈ ਵੇ? ਵੇਖੋ ਜੀ, ਜਿਹੜਾ ਜਾਨਵਰ ਤੇ ਸਾਫ਼ ਹੋ ਗਿਆ ਨਾ, ਰਾਤ ਛੇ ਸੁੱਟ ਗਿਆ, ਜੀ, ਉਹ ਤੇ ਜਦੋਂ ਵੀ ਉਹਦੀ ਸੇਵਾ ਕਰੋਗੇ ਉਹ ਦੁੱਧ ਪੂਰਾ ਕਰ ਜਾਏਗਾ, ਦੁੱਧ ਵੱਧ ਜਾਏਗਾ। ਤੇ ਜਿਹੜੇ ਜਾਨਵਰ ਸਾਫ਼ ਨਹੀਂ ਨਾ ਹੋਏ, ਉਹ ਬਾਅਦ ਜਾਨਵਰ ਹੁੰਦੇ ਨੇ ਜਿੰਨੀ ਮਰਜ਼ੀ ਮਿਹਨਤ ਪੈ ਕਰੋ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜਾ ਜਾਨਵਰ ਇਬਤਦਾਈ ਸਾਫ਼ ਹੋ ਗਿਆ ਨਾ 12-14 ਦਿਨ ਦੇ 18 ਦਿਨ ਦੇ ਅੰਦਰ, ਉਹਦੇ ਤੇ ਜਦੋਂ ਵੀ ਮਿਹਨਤ ਕਰੋਗੇ ਨਾ ਉਹ ਦੁੱਧ ਵੱਧ ਜਾਏਗਾ। ਠੀਕ ਹੈ, ਜ਼ਬਰਦਸਤ ਹੋ ਗਿਆ। ਹਾਂਜੀ। ਸਰ ਤੁਹਾਡੇ ਫਾਰਮ ਤੇ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਸਾਡੇ ਕੋਈ 5-6 ਗਾਈਆਂ ਦੇ ਰਹੀਆਂ ਜੀ, ਜੀ, ਤੇ ਕੋਈ 3-4 ਮੱਝਾਂ ਦੇ ਰਹੀਆਂ ਨੇ। ਮਾਸ਼ਾਅੱਲਾ। ਹਾਂਜੀ। ਇੰਨੇ ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਹੋ ਜਾਂਦਾ ਹੈ? ਦੁੱਧ ਹਾਂ ਨਹੀਂ ਜੀ ਕਦੇ ਹੁਣ ਹਿਸਾਬ ਲਾਏ ਏਡੇ, ਠੀਕ ਹੈ। ਤੇ ਜਾਵਾਂ ਸ਼ਾਵਾਂ ਨੂੰ ਵੀ ਆਮ ਪਿਲਾ ਲਈਦਾ, ਤੇ ਕੋਈ 1.5-2 ਮਣ ਤੱਕ ਦੁੱਧ ਹੋ ਜਾਂਦਾ ਹੁਣ। ਮਾਸ਼ਾਅੱਲਾ। ਹਾਂਜੀ। ਵੈਸੇ ਸਰ ਤੁਸੀਂ ਇਹ ਕੰਮ ਤੋਂ ਮੁਤਮਿਨ ਹੋ? ਹਾਂ ਠੀਕ ਹੈ, ਸ਼ੁਕਰ ਅੱਲਾਹ ਪਾਕ ਦਾ, ਰਿਜ਼ਕ ਹਲਾਲ ਹੈ। ਹਾਂ, ਕਿਹੜੇ ਕੋਈ ਬੇਈਮਾਨੀ ਕਰਨੀ ਹੈ। ਜੀ ਜੀ। ਤੁਹਾਡੇ ਸਰ ਜਾਨਵਰ ਮਾਸ਼ਾਅੱਲਾ ਕਾਫੀ ਖੂਬਸੂਰਤ ਨੇ। ਤੁਹਾਡੇ ਫਾਰਮ ਤੇ ਜਿਹੜੀ ਸਭ ਤੋਂ ਚੰਗੀ ਗਾਏ ਵੇ ਹਾਂਜੀ। ਤੇ ਜਿਹੜੀ ਸਭ ਤੋਂ ਚੰਗੀ ਮੈਂ ਵੇ ਸਾਡੇ ਨਾਜ਼ਰੀਨ ਨੂੰ ਸਰ ਉਹ ਵਿਖਾ ਦਿਓ। ਅੱਛਾ ਸਰ, ਮਾਸ਼ਾਅੱਲਾ ਜਿਹੜੀ ਸਾਹਮਣੇ ਗਾਏ ਨਜ਼ਰ ਆ ਰਹੀ ਹੈ ਹਾਂਜੀ। ਸਭ ਤੋਂ ਜ਼ਿਆਦਾ ਦੁੱਧ ਇਹ ਦੇ ਰਹੀ ਹੈ? ਹਾਂਜੀ, ਮਾਸ਼ਾਅੱਲਾ ਸਭ ਤੋਂ ਜ਼ਿਆਦਾ ਦੁੱਧ ਦੇਣਾ। ਮਾਸ਼ਾਅੱਲਾ। ਇਸ ਟਾਈਮ ਇਹਦੇ ਥੱਲੇ ਕਿੰਨਾ ਦੁੱਧ ਜੇ? ਇਸ ਵੇਲੇ ਵੀ ਕੋਈ ਮੇਰੇ ਹਾਲੇ ਕੋਈ 20 ਕਿਲੋ ਤੋਂ ਜ਼ਿਆਦਾ ਹੀ ਹੈ। ਤੇ ਕਿੰਨਵੇਂ ਸੂਬੇ ਵੇ? ਇਹ ਸੂਬੇ ਕੋਈ 4-5 ਸੂ ਚੁੱਕੀ ਜੀ। ਅੱਛਾ, 4-5 ਸੂਏ ਸੂ ਚੁੱਕੀ ਹੈ। ਹਾਂਜੀ। ਤੇ ਹੁਣ ਕਿੰਨਾ ਅਰਸਾ ਹੋ ਗਿਆ ਨੂੰ ਸੂਇਆ? ਇਹ ਹੁਣ ਮੇਰੇ ਕੋਈ 1.5-2 ਮਹੀਨੇ ਹੋ ਗਏ ਨਾ। ਠੀਕ ਹੈ। ਤੇ ਇਹ ਜਿਹੜਾ ਬੱਚਾ ਤੁਹਾਡੇ ਕੋਲ ਹਾਂਜੀ, ਇਹ ਲਿਗਾਂ ਦਾ ਹੀ ਹੈ? ਇਸੇ ਗਾਂ ਦਾ ਜੀ। ਮਾਸ਼ਾਅੱਲਾ। ਯਾਨੀ ਕਿ ਤੁਸੀਂ ਘਰ ਦਾ ਜਿਹੜਾ ਹੈ ਨਾ ਜੀ ਜੀ। ਉਹ ਤਿਆਰ ਕੀਤਾ ਹੈ। ਹਾਂਜੀ। ਮਾਸ਼ਾਅੱਲਾ। ਯਾਨੀ ਕਿ ਨਸਲ ਤੁਹਾਡੇ ਕੋਲ ਜਿਹੜੀ ਗਾਵਾਂ ਦੀ ਹੈ ਉਹ ਪਿਓਰ ਹੈ ਫਰੀਜ਼ੀਅਨ। ਹਾਂਜੀ, ਇਹ ਵੱਛੇ ਤੋਂ ਹੀ ਨਜ਼ਰ ਆ ਰਿਹਾ ਕਿ ਤੁਹਾਡੇ ਕੋਲ ਜਿਹੜਾ ਨਸਲ ਪਿਓਰ ਹਾਂਜੀ। ਉਹ ਤੁਸੀਂ ਜਿਹੜਾ ਨਾ ਤਿਆਰ ਕਰ ਲਈਏ। ਅੱਛਾ ਸਰ, ਇੱਥੇ ਇੱਕ ਅਹਿਮ ਸਵਾਲ ਹੁੰਦਾ ਹੈ ਕਿ ਜਿਹੜੀ ਪਿਓਰ ਗਾਵਾਂ ਨੇ ਉਹ ਗਰਮੀਆਂ ਵਿੱਚ ਮਸਲਾ ਕਰਦੀਆਂ ਨੇ, ਦੱਸ ਲੈਂਦੀਆਂ। ਤੇ ਉਹਦਾ ਫਿਰ ਤੁਸੀਂ ਕੀ ਹੱਲ ਕੱਢਦੇ ਹੋ? ਇਹਨਾਂ ਨੂੰ ਕੋਈ ਖੁਰਾਕ ਵਿੱਚ ਚੇਂਜਿੰਗ ਕਰਦੇ ਹੋ ਜਾਂ ਕਿ ਉਹਨਾਂ ਨੂੰ ਮਾਹੌਲ ਹੀ ਉਸ ਕਿਸਮ ਦਾ ਦਿੰਦੇ ਹੋ? ਕੋਸ਼ਿਸ਼ ਤਾਂ ਕਰੀਦੀ ਹੈ, ਲੇਕਿਨ ਜਿੰਨੀ ਕੁ ਹੋ ਸਕਦਾ ਉਹਨਾਂ ਕੁ ਪੂਰਾ ਕਰੀਦਾ, ਮਾਹੌਲ ਪੂਰਾ ਦਈਏ। ਜੀ। ਤੇ ਖੁਰਾਕ ਫਿਰ ਗਰਮੀ ਦੇ ਵਿੱਚ ਉਹਦੇ ਮੁਤਾਬਕ ਰੱਖੀ ਦੀ ਹੈ ਤਾਂ ਕਿ ਗਰਮੀ ਘੱਟ ਲੈਣ। ਤੇ ਠੀਕ। ਮੇਨ ਗਰਮੀ ਜਿਹੜੀ ਹੈ ਨਾ ਉਹ ਮੇਰੇ ਉਸਤਾਦਾਂ ਦੇ ਹੁੰਦੇ ਹਨ ਕਿ ਗਾਈਆਂ ਨੂੰ ਗਰਮੀ ਕੋਈ ਨਹੀਂ ਹੁੰਦੀ, ਇਹਨਾਂ ਨੂੰ ਹੁੰਦੀ ਹੈ ਬਾਦੀ। ਤੇ ਜਿਹੜੀ ਗਾਈ ਨੂੰ ਜ਼ਿਆਦਾ ਬਾਦੀ ਹੋਵੇ ਨਾ ਉਹ ਹੀ ਜ਼ਿਆਦਾ ਗਰਮੀ ਬਣਾਉਂਦੀ ਹੈ। ਅੱਛਾ। ਹਾਂਜੀ। ਤੇ ਉਹਦਾ ਹੱਲ ਤੁਸੀਂ ਦੱਸਿਆ ਮਸਾਲਾ? ਤੇ ਮਸਾਲਾ ਜਿਹੜਾ ਇਹ ਬੜਾ ਜ਼ਰੂਰੀ ਹੈ। ਠੀਕ ਹੈ। ਹਾਂਜੀ। ਅੱਛਾ ਸਰ, ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਮੈਂ ਸਾਹਮਣੇ में ਜੀ ਜੀ। ਇਸ ਟਾਈਮ ਸੂਈ ਹੈ? ਹਾਂਜੀ, ਤੁਹਾਨੂੰ ਸੂਈ ਜੀ। ਮਾਸ਼ਾਅੱਲਾ। ਕਿ ਕਿੰਨਵੇਂ ਸੂਏ ਜੇ ਹੈ? ਇਹ ਚੌਥੇ ਕੁ ਸੂਏ ਹੈ ਮੇਰਾ। ਤੇ ਕਿੰਨਾ ਦੁੱਧ ਇਹਦੇ ਥੱਲੇ? ਦੁੱਧ ਇਸ ਵੇਲੇ ਵੀ ਕੋਈ ਇਹਦਾ 16 ਤੋਂ 18 ਕਿਲੋ ਦੁੱਧ। ਮਾਸ਼ਾਅੱਲਾ। ਤੇ ਕਿੰਨਾ ਅਰਸਾ ਹੋ ਗਿਆ ਇਹਨੂੰ ਸੂਇਆ? ਤਕਰੀਬਨ 3 ਮਹੀਨੇ ਹੋ ਗਏ। 3 ਮਹੀਨੇ ਹੋ ਗਏ। 3 ਮਹੀਨੇ। ਨਸਲ ਕਿਹੜੀ ਦੱਸੀ ਜੇ? ਇਹ ਚੀਚਾ ਬਤਨ ਦੇ। ਚੀਚਾ ਬਤਨ। ਠੀਕ ਹੈ।
ਅੱਛਾ ਸਰ, ਮਾਸ਼ਾਅੱਲਾ ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੀ ਸਭ ਤੋਂ ਅੱਛੀ ਮੈਂ ਵੀ ਜ਼ਿਆਦਾ ਦੁੱਧ ਦੇਣ ਵਾਲੀ ਮੈਂ ਦੀ ਕੀ ਖੂਬੀ ਕੀ ਪਹਿਚਾਣ ਹੈ? ਦੇਖੋ ਜੀ, ਜਾਨਵਰ ਦੀ ਜਸਾਮਤ ਹੁੰਦੀ ਹੈ। ਜਾਨਵਰ ਅੱਗੂ ਪਤਲਾ ਹੋਵੇ, ਹੌਲਾ, ਪਿਛਲੀ ਸਾਈਡ ਤੋਂ ਭਾਰਾ ਹੋਵੇ ਤੇ ਪਿਛਲੀ ਸਾਈਡ ਤੋਂ ਨਾ ਜਿਸਾ ਉਹਦਾ ਖੁੱਲਾ ਹੋਵੇ, ਬਹਾਨੇ ਦੇ ਬੱਦਰ ਸ਼ੱਦਰ ਅੱਛੇ ਖੁੱਲੇ ਹੋਣ, ਥਣ ਜਿਹੜੇ ਨੇ ਵਿੱਚ 'ਚ ਹੋਣ ਤੇ ਮੁੱਠੀ ਹੋਣ, ਇਹ ਖੂਬਸੂਰਤੀ ਵੀ ਹੁੰਦੀ ਹੈ ਤੇ ਜਾਨਵਰ ਅੱਛੇ ਦੀ ਨਿਸ਼ਾਨੀ ਵੀ ਹੁੰਦੀ ਹੈ। ਜ਼ਬਰਦਸਤ। ਜਿੰਨੇ ਜਾਨਵਰਾਂ ਦੇ ਥਣ ਲੰਮੇ ਹੋਣਗੇ ਉਹਨਾਂ 'ਚ ਉਨੇ ਨੁਕਸ ਜ਼ਿਆਦਾ ਪਾਏ ਜਾਣਗੇ। ਅੱਛਾ ਸਰ, ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ, ਉਹਨਾਂ ਦਾ ਜ਼ੇਨ ਹੈ ਡੇਰੀ ਫਾਰਮ ਸ਼ੁਰੂ ਕਰਨਾ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ? ਦੇਖੋ ਜੀ, ਉਹ ਤੇ ਪੁੱਜ ਆਉਣ ਦੀ ਗੱਲ ਹੈ। ਹੁਣ ਜਿਹਨੂੰ ਕੁਛ ਸ਼ੌਕ ਹੈ ਤੇ ਕੰਮ ਇਹ ਸ਼ੌਕ ਨਾਲ ਹੀ ਕੀਤਾ ਜਾਂਦਾ ਹੈ, ਤੇ ਮਜਬੂਰੀ ਨਾਲ ਨਹੀਂ ਕੀਤਾ ਜਾਂਦਾ। ਤੇ ਅਸੀਂ ਤਾਂ ਕਹਾਂਗੇ ਅਗਰ ਕੋਈ ਬੰਦਾ ਨਵਾਂ ਇਹਦੇ 'ਚ ਦਾਖਲ ਹੋਣਾ ਚਾਹੁੰਦਾ ਹੈ ਤੇ ਪਹਿਲਾਂ ਤਾਂ ਇਸ ਕੰਮ ਨੂੰ ਸਿੱਖੇ, ਤਾਂ ਕਿ ਉਹਨੂੰ ਪਤਾ ਲੱਗ ਜਾਏ ਕਿ ਇਹਦੇ ਵਿੱਚ ਕਿੰਨਾ ਮਾਰਜਨ ਹੈ, ਨਾਲੇ ਇਹਨੂੰ ਕਿਸ ਤਰੀਕੇ ਨਾਲ ਕਰਨਾ ਹੈ। ਤੇ ਕੰਮ ਸਿੱਖਣ ਬਗੈਰ ਕੋਈ ਨਹੀਂ ਹੁੰਦਾ। ਠੀਕ ਹੈ। ਇਹ ਸਰ ਉਹਨੂੰ ਕਿੰਨੇ ਕੁ ਮਹੀਨੇ ਇਹ ਕੰਮ ਨੂੰ ਸਿੱਖਣਾ ਚਾਹੀਦਾ ਹੈ? ਉਹ ਤੇ ਉਹਦੇ ਆਪਣਾ ਸ਼ੌਰ ਦੀ ਗੱਲ ਹੈ। ਕਿਸੇ ਬੰਦੇ ਕੋਲ 4 ਦਿਨ ਜਾਏ, ਮਹੀਨਾ 10 ਦਿਨ, ਉਹ ਇੱਕ ਤੇ ਜਿਨਸਾਂ ਦਾ ਪਤਾ ਲੱਗੇ ਉਹਨੂੰ, ਤੇ ਦੂਸਰਾ ਉਹਨੂੰ ਉਸ ਕਾਰੋਬਾਰ ਦੇ ਮੁਤਲਕ ਪਤਾ ਲੱਗ ਜਾਏ ਕਿ ਇਹਦੇ 'ਚ ਕਮੀ ਪੇਸ਼ੀ ਕੀ ਹੈ, ਕੀ ਪਰੇਸ਼ਾਨੀਆਂ ਬਣਦੀਆਂ ਨੇ ਜਾਂ ਕੀ ਉਹਦੇ 'ਚ ਫਾਇਦੇ ਹੁੰਦੇ ਨੇ। ਇਹ ਸਾਰੀ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਜੀ। ਜਿਹੜੇ ਦੋਸਤ ਤੁਹਾਡੇ ਕੋਲ ਸਰ ਕੋਈ ਮਸ਼ਵਰਾ ਲੈਣਾ ਚਾਹੁੰਦੇ ਨੇ ਜਾਂ ਜਾਨਵਰ ਖਰੀਦਣਾ ਚਾਹੁੰਦੇ ਨੇ, ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ? ਕਰ ਸਕਦੇ ਨੇ ਜੀ। ਇਹ ਜਨਾਬ ਦਾ ਮੋਬਾਈਲ ਨੰਬਰ? 0300 ਜੀ 714 6373। ਜੀ ਸਰ, ਬਹੁਤ ਸ਼ੁਕਰੀਆ। ਤੁਸੀਂ ਬੜੀਆਂ ਵਧੀਆ ਤੇ ਕੀਮਤੀ ਗੱਲਾਂ ਦੱਸੀਆਂ ਨੇ, ਆਪਣਾ ਅਹਿਮ ਔਰ ਕੀਮਤੀ ਵਕਤ ਦਿੱਤਾ ਹੈ। ਅੱਲਾ ਹਾਫਿਜ਼। ਠੀਕ ਹੈ ਜੀ।